ਲੁਧਿਆਣਾ ਖਬਰਨਾਮਾ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵਿੰਦਰ। तमाम ਖਬਰਾਂ ਤੇ ਨਜ਼ਰ ਪਾਉਂਦੇ ਹਾਂ। ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ। ਲੁਧਿਆਣਾ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ। 1,45,000 ਲੀਟਰ ਲਾਹਨ ਹੋਈ ਬਰਾਮਦ। ਸਤਲੁਜ ਦਰਿਆ ਦੇ ਕੰਢੇ ਤੋਂ ਬਰਾਮਦ ਹੋਈ ਲਾਹਨ ਨੂੰ ਕੀਤਾ ਗਿਆ ਨਸ਼ਟ। 18 ਤੋਂ ਵੱਧ ਚੁੱਲ੍ਹੇ ਭੱਠੀਆਂ ਅਤੇ 8 ਕੁਇੰਟਲ ਲੱਕੜ ਵੀ ਜ਼ਬਤ। ਤਰਨਤਾਰਨ ਵਿਖੇ ਚਰਚ 'ਚ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਸਖਤ ਰੋਸ। ਭਲਕੇ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਕੈਂਡਲ ਮਾਰਚ। ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਕੀਤੇ ਗਏ ਨੇ ਪੁਖਤਾ ਇੰਤਜ਼ਾਮ। ਧਾਰਮਿਕ ਸਥਾਨਾਂ ਦੀ ਵਧਾਏਗੀ ਸੁਰੱਖਿਆ। ਜਗਰਾਉਂ ਦੇ ਵਿੱਚ ਵਾਪਰੀ ਲੁੱਟ ਦੀ ਵਾਰਦਾਤ। ਘਰ 'ਚ ਦਾਖਲ ਹੋਏ ਲੁਟੇਰੇ ਪਿਸਤੌਲ ਦੀ ਨੋਕ ਤੇ ਗਹਿਣੇ ਲੈ ਕੇ ਹੋਏ ਫਰਾਰ। ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ। ਲੁਟੇਰਿਆਂ ਦੀ ਭਾਲ ਜਾਰੀ। ਸ਼ਹਿਰ ਦੇ ਚੋੜਾ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ 'ਚ ਹੋਇਆ ਹੰਗਾਮਾ। ਪਾਰਕਿੰਗ ਵਾਲੀ ਥਾਂ ਤੇ ਰੇਹੜੀ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ। ਦੁਕਾਨਦਾਰਾਂ ਨੇ ਕੀਤੀ ਪ੍ਰੈਸ ਕਾਨਫਰੰਸ। ਕਿਹਾ ਰੇਹੜੀ ਫੜੀ ਵਾਲਿਆਂ ਕਰਕੇ ਕਾਰੋਬਾਰ ਠੱਪ ਹੋਣ ਦੀ ਕਗਾਰ ਤੇ। ਉਧਰ ਤਰਨਾ ਦਲ ਦੇ ਮੁਖੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਸੰਬੰਧੀ ਦਿੱਤੀ ਗਈ ਜਾਣਕਾਰੀ। ਧਰਮ ਪਰਿਵਰਤਨ ਦੇ ਮਸਲੇ ਤੇ ਵੀ ਦਿੱਤੀ ਪ੍ਰਤੀਕਿਰਿਆ। ਸਮਰਾਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਇਆ ਆਗਾਜ਼। ਸ਼ਾਹੀ ਸਪੋਰਟਸ ਕਾਲਜ ਦੇ ਵਿੱਚ ਖੇਡ ਪ੍ਰੋਗਰਾਮ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ। ਬੁਲੇਟਿਨ ਦਾ ਆਗਾਜ਼ ਕਰਦੇ ਹਾਂ। ਲੁਧਿਆਣਾ ਪੁਲਿਸ ਅਤੇ ਐਕਸਾਈਜ਼ ਵਿਭਾਗ ਦੇ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ 1,45,000 ਲੀਟਰ ਲਾਹਨ ਬਰਾਮਦ ਕੀਤੀ ਗਈ ਹੈ। ਕਾਬਲੇ ਗੌਰ ਹੈ ਕਿ ਸਤਲੁਜ ਦਰਿਆ ਦੇ ਕੰਢੇ ਤੋਂ ਇਹ ਜੋ ਲਾਹਨ ਹੈ ਬਰਾਮਦ ਹੋਈ ਹੈ, ਜਿਸ ਨੂੰ ਮੌਕੇ ਤੇ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ ਮੌਕੇ ਤੋਂ 18 ਤੋਂ ਵੱਧ ਚੁੱਲ੍ਹੇ ਭੱਠੀਆਂ ਅਤੇ 8 ਕੁਇੰਟਲ ਲੱਕੜ ਵੀ ਜ਼ਬਤ ਕੀਤੀ ਗਈ ਹੈ। ਉਧਰ ਤਰਨਤਾਰਨ ਦੇ ਵਿੱਚ ਵਾਪਰੀ ਚਰਚ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਕਾਫੀ ਰੋਸ ਹੈ ਅਤੇ ਇਸ ਨੂੰ ਲੈ ਕੇ ਲੁਧਿਆਣਾ ਵਿੱਚ ਵੀ ਡਿਪਟੀ ਕਮਿਸ਼ਨਰ ਨੂੰ ਈਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਇੱਕ ਮੰਗ ਪੱਤਰ ਸੌਂਪਿਆ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਕੱਲ ਈਸਾਈ ਭਾਈਚਾਰੇ ਦੇ ਵੱਲੋਂ ਸ਼ਹਿਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਾਣਾ, ਜੋ ਕਿ ਸਰਾਭਾ ਨਗਰ ਚਰਚ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੋਂ ਹੋ ਕੇ ਗੁਜ਼ਰੇਗਾ। ਅੱਜ ਸਾਡੇ ਲੁਧਿਆਣੇ ਸ਼ਹਿਰ ਦੇ ਤਕਰੀਬਨ ਰਿਲੀਜੀਅਸ ਲੀਡਰ ਪਾਸਟਰਸ ਸਾਡੇ ਫਾਦਰ ਸਾਹਿਬਾਨ ਅਲੱਗ-ਅਲੱਗ ਸਾਡੀ ਲੁਧਿਆਣਾ ਡਿਨਰੀ ਤੋਂ ਡੀਸੀ ਸਾਹਿਬ ਨੂੰ ਮਿਲਣ ਆਏ ਸੀ ਤੇ ਨਾਲ ਉਹ ਇੱਕ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਕੇ ਗਏ ਨੇ ਕਿ ਜੋ ਅੱਜ ਪੰਜਾਬ ਦੀ ਕ੍ਰਿਸਚਨ ਮਾਈਨੋਰਟੀ ਕਮਿਊਨਿਟੀ ਦੇ ਉੱਤੇ ਇਲਜ਼ਾਮ ਲਾਏ ਜਾ ਰਹੇ ਨੇ, ਝੂਠੇ ਅਤੇ ਦੋਸ਼ ਲਗਾਏ ਜਾ ਰਹੇ ਨੇ ਤੇ ਨਾਲੇ ਤਸ਼ੱਦਦ ਹੋ ਰਹੀ ਹੈ ਵੀ ਉਹਨੂੰ ਸਾਨੂੰ ਪੰਜਾਬ ਸਰਕਾਰ ਦੇ ਉੱਤੇ ਪੂਰਾ ਯਕੀਨ ਹੈ, ਪੰਜਾਬ ਪੁਲਿਸ ਤੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੇ, ਕਿ ਉਹ ਜਲਦੀ ਇਹਦੇ ਤੇ ਲਗਾਮ ਲਗਾਏਗੀ ਤੇ ਇਦਾਂ ਦੇ ਸ਼ਰਾਰਤੀ ਅਨਸਰਾਂ ਨੂੰ ਨਕੇਲ ਪਾਏਗੀ। ਬਸ ਸਾਡਾ ਇਹੀ ਕਹਿਣਾ ਕਿ ਅਸੀਂ ਪੰਜਾਬ ਦੇ ਲਈ ਪ੍ਰਾਰਥਨਾ ਕਰਦੇ ਰਹੇ ਹਾਂ ਤੇ ਅੱਗੇ ਵੀ ਪ੍ਰਾਰਥਨਾ ਕਰਦੇ ਰਵਾਂਗੇ। ਤੇ ਉਧਰ ਤਰਨਤਾਰਨ ਦੇ ਵਿੱਚ ਚਰਚ 'ਚ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਦੇ ਵਿੱਚ। ਇਸ ਦੇ ਚੱਲਦਿਆਂ ਏਡੀਜੀਪੀ ਪ੍ਰਵੀਨ ਸਿਨਹਾ ਦੇ ਵੱਲੋਂ ਲੁਧਿਆਣਾ ਦੇ ਵਿੱਚ ਵੀ ਵੱਖ-ਵੱਖ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਗਿਆ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਅੱਜ ਦਾ ਜਿਹੜਾ ਵਿਜ਼ਿਟ ਹੈ ਇਹ ਇੱਕ ਸਪੈਸੀਫਿਕ ਪਰਪਸ ਲਈ, ਇੱਕ ਫੋਕਸ ਪਰਪਸ ਲਈ ਵਿਜ਼ਿਟ ਹੈ। ਪੰਜਾਬ ਦੇ ਵਿੱਚ ਅਮਨ ਸ਼ਾਂਤੀ ਰੱਖਣ ਲਈ, ਸਪੈਸ਼ਲੀ ਰਿਲੀਜੀਅਸ ਸ਼ਾਂਤੀ ਰੱਖਣ ਲਈ, ਇੰਟਰ ਰਿਲੀਜਨ ਸਦਭਾਵ ਰੱਖਣ ਲਈ ਔਰ ਰਿਲੀਜੀਅਸ ਪਲੇਸਿਸ ਦੀ ਸੁਰੱਖਿਆ ਨੂੰ ਪਰਸਨਲੀ ਚੈੱਕ ਕਰਨ ਲਈ ਪੂਰੇ ਪੰਜਾਬ 'ਚ ਸੀਐਮ ਸਾਹਿਬ ਔਰ ਡੀਜੀ ਸਾਹਿਬ ਦੇ ਆਰਡਰਸ ਮੁਤਾਬਿਕ ਸਾਰੇ ਸੀਨੀਅਰ ਆਫਿਸਰ ਚੰਡੀਗੜ੍ਹ ਤੋਂ ਵੱਖ-ਵੱਖ ਜ਼ਿਲ੍ਹਿਆਂ 'ਚ ਆਏ ਹੈ। ਲੋਕਲ ਪੁਲਿਸ ਦੇ ਨਾਲ ਬੈਠ ਕੇ ਇਹ ਆਪਾਂ ਸਟ੍ਰੈਟਜੀ ਬਣਾ ਰਹੇ ਹਾਂ ਕਿ ਕਿਵੇਂ ਰਿਲੀਜੀਅਸ ਪਲੇਸਿਸ ਨੂੰ ਆਪਾਂ ਸੇਫ ਰੱਖ ਸਕਦੇ ਹਾਂ, ਸਦਭਾਵ ਮੇਨਟੇਨ ਕਰ ਸਕਦੇ ਹਾਂ ਔਰ ਇੱਕ ਲਾਅ ਐਂਡ ਆਰਡਰ ਦਾ ਜਿਹੜਾ ਸਥਿਤੀ ਹੈ ਉਹਨੂੰ ਦਰੁਸਤ ਕਰ ਸਕਦੇ ਹਾਂ, ਉਹਨੂੰ ਹੋਰ ਸਟਰੋਂਗ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਦੇਖਿਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਕਾਫੀ ਸਕਸੈਸ ਮਿਲਿਆ ਹੈ ਪੰਜਾਬ ਪੁਲਿਸ ਨੂੰ ਤੇ ਇਸ ਚੀਜ਼ ਨੂੰ ਔਰ ਸਟਰੈਂਥਨ ਕਰਨਾ ਔਰ ਇੰਸਟੀਟਿਊਸ਼ਨਲਾਈਜ਼ ਕਰਨ ਲਈ ਆਪਾਂ ਅੱਜ ਇਹ ਵਿਜ਼ਿਟ ਕਰ ਰਹੇ ਹਾਂ ਔਰ ਇਸ ਤਰ੍ਹਾਂ ਦੇ ਵਿਜ਼ਿਟਸ ਅੱਗੇ ਵੀ ਚੱਲਦੇ ਰਹਿਣਗੇ ਜਿਹੜੇ ਕਿ ਫੋਕਸਡ ਇਸ਼ੂਜ਼ ਨੂੰ ਟੈਕਲ ਕਰਨਗੇ, ਜਿਹਨੂੰ ਕਿ ਫੋਕਸ ਇਸ਼ੂਜ਼ ਨੂੰ ਆਪਾਂ ਇਹਦੇ ਨਾਲ
ਸੌਟ ਆਊਟ ਕਰਾਂਗੇ। ਪਰਪਸ ਇਹ ਹੈ ਕਿ ਕੁਝ ਮਿਸਚੀਵੀਅਲ ਐਲੀਮੈਂਟ ਨੇ ਨਾ ਜਿਹੜੇ ਤਰਨਤਾਰਨ ਦੇ ਵਿੱਚ ਉਹ ਨਿਊਸੈਂਸ ਕ੍ਰੀਏਟ ਕੀਤੀ ਆ, ਚਰਚ ਨੂੰ ਡੈਮੇਜ ਕੀਤਾ। ਇਸ ਕਰਕੇ ਅਸੀਂ ਇੰਸ਼ੋਰ ਕਰ ਰਹੇ ਹਾਂ ਕਿ ਕਿਸੇ ਵੀ ਧਰਮ ਦੀ ਕੋਈ ਵੀ ਰਿਲੀਜੀਅਸ ਪਲੇਸ ਹੋਵੇ ਉੱਥੇ ਕੈਮਰੇ ਲੱਗੇ ਹੋਣ, ਜਾ ਕੇ ਚੈੱਕ ਕਰਕੇ ਆਈਏ। ਕੋਈ ਮਿਨੋਰਿਟੀ ਕਮਿਊਨਿਟੀ ਉਹਨਾਂ ਨੂੰ ਇਹ ਕੌਨਫੀਡੈਂਸ ਦਈਏ ਕਿ ਯੂ ਆਰ ਇੰਟੀਗਰਲ ਪਾਰਟ ਆਫ ਦਾ ਸੋਸਾਇਟੀ, ਇਟ ਇਜ਼ ਅ ਸੈਕੂਲਰ ਕੰਟਰੀ। ਇਹਨਾਂ ਨੂੰ ਪ੍ਰੋਟੈਕਟ ਕਰਨਾ ਸਾਡਾ ਫਰਜ਼ ਆ ਔਰ ਸਾਡੇ ਸਾਰਿਆਂ ਦਾ ਹੀ ਫਰਜ਼ ਬਣਦਾ। ਉਹ ਇਸ ਕਰਕੇ ਚੈੱਕ ਕਰਨ ਆਏ ਸੀ, ਇਹਨਾਂ ਨੂੰ ਮਿਲਿਆ, ਹੁਣ ਕਮਿਊਨਿਟੀ ਦੇ ਲੋਕਾਂ ਨੂੰ ਮਿਲਿਆ। ਕੋਈ ਪ੍ਰੋਬਲਮ ਹੈ ਤਾਂ ਦੱਸੋ, ਕੋਈ ਮੁਸ਼ਕਿਲ ਹੈ ਤਾਂ ਦੱਸੋ। ਅਗਰ ਕੋਈ ਪ੍ਰੋਬਲਮ ਹੁੰਦੀ ਹੈ ਤਾਂ 112 ਨੰਬਰ ਡਾਇਲ ਕਰੋ ਤਾਂ ਕਿ ਇਹਨਾਂ ਨੂੰ ਪਤਾ ਵੀ ਲੱਗ ਜਾਏ ਨਾ ਮੁਸ਼ਕਿਲ ਵੇਲੇ ਯਾਦ ਕਿਹਨੂੰ ਕਰਨਾ, ਕਿੱਦਾਂ ਕਰਨਾ। ਤੇ ਉਧਰ ਸ਼ਹਿਰ ਦੇ ਸ਼ਿਪੜੀ ਇਲਾਕੇ ਦੇ ਵਿੱਚ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦੋ ਧਿਰਾਂ ਦੇ ਵਿਚਕਾਰ ਖੂਨੀ ਝੜਪ ਦੇ ਦੌਰਾਨ ਬਦਮਾਸ਼ ਇੱਕ ਸ਼ੋਰੂਮ ਦੇ ਵਿੱਚ ਦਾਖਲ ਹੋ ਗਏ ਅਤੇ ਸ਼ੋਰੂਮ ਦੇ ਵਿੱਚ ਵੀ ਭੰਨਤੋੜ ਕੀਤੀ ਗਈ ਹੈ। ਹਮਲਾਵਰਾਂ ਦੇ ਵੱਲੋਂ ਸ਼ੋਰੂਮ ਦੇ ਮਾਲਕ ਅਤੇ ਬੇਟੇ ਤੇ ਵੀ ਹਮਲਾ ਕੀਤਾ ਗਿਆ। ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਅਤੇ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ। हमारी स्कूल से छुट्टी थी, हम साथ में लड़के से साथ में आते हैं, लड़कों के साथ में स्कूल में से बाहर आते हैं। तो हम लोग बाइक पे आए थे, बाइक से जैसे जा रहे थे ना तो वैसे ही वो कहते कि +2 के हैं। मेरा दोस्त कहता +2 के लड़के की +1 के। मैंने इतनी सी बात बोली +2 के हैं, तो किसी लड़के ने उसको जाके कह दिया वो तुमको गाली दे रहा है। फिर वो मेरे को आके बोलने लगे तू गाली दे रहा है, ये दे रहा है, वो दे रहा है। मैंने कहा नहीं भाई गाली नहीं दे रहा। उस समय भी मैंने इनसे सॉरी मांगी थी, तो उस समय हमारी बात मिट गई थी। तो फिर इनको किसी ने चुगली लगाई कि वो कह रहा है तुम्हारी मैंने इससे बात कराई, उससे बात कराई, तुम्हारी अंश से बात कराई, इससे बात कराई हमने। तो वो कहते हैं कि नहीं, तो वो आते सारे कहने लगे तो चुगली लगा रहा है हमारी, उनको जाके कह रहा है, इनको जाके कह रहा है। आते सारी मेरे को मारने लगे। ਕਿ ਇੱਥੇ ਖੜੇ ਸੀਗੇ, ਬਾਹਰ ਲੜਾਈ ਹੁੰਦੀ ਪਈ ਸੀ। 8-10 ਬੰਦੇ ਇੱਕਦਮ ਆਏ, ਸਾਡੀ ਦੁਕਾਨ ਦੇ ਅੰਦਰ ਵੜ ਕੇ ਦਾਤਰ ਲੈ ਕੇ ਮੇਰੇ ਮਾਰੀ, ਮੇਰੇ ਬੇਟੇ ਦੇ ਮਾਰੀ ਹੈ। ਸਾਡਾ ਬਚਾਅ ਹੋ ਗਿਆ, ਸਾਡਾ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਲੜਾਈ ਉਹਨਾਂ ਦੀ ਬਾਹਰ ਹੋਈ ਹੈ, ਕਿਸੇ ਨਾਲ, ਕਿਸੇ ਤੀਜੇ ਬੰਦੇ ਨਾਲ ਸਾਡਾ ਕੋਈ ਰੋਲ ਨਹੀਂ ਲੜਾਈ ਦਾ। ਅਸੀਂ ਤਾਂ ਆਪਣੇ ਬਾਹਰ ਇੱਥੇ ਖੜੇ ਸੀਗੇ, ਆਪਣੀ ਦੁਕਾਨ ਦੇ ਬਾਹਰ ਹੀ ਖੜੇ ਸੀਗੇ। ਦੁਕਾਨ ਦੇ ਬਾਹਰ ਅਸੀਂ ਲੜਾਈ ਦੇਖੀ, ਅਸੀਂ ਅੰਦਰ ਆ ਗਏ। ਅੰਦਰ ਐਵੇਂ ਮੁੰਡੇ ਨੇ ਅੰਦਰ ਪਿੱਛੇ ਸਾਡੇ ਆ ਗਏ। ਅਸੀਂ ਇੱਥੇ ਥੜੇ ਤੇ ਖੜੇ ਹਾਂ ਆਪਣੀ ਦੁਕਾਨ ਤੇ, ਉਹ ਅੰਦਰ ਆ ਗਏ। ਸਾਨੂੰ ਵੀ ਆਉਣਾ, ਪਤਾ ਨਹੀਂ ਕੀ ਉਹਦੀ ਨੀਅਤ ਸੀ ਕੀ ਨਹੀਂ ਸੀ। ਹਥਿਆਰ ਦਾਤਰ ਸੀਗੀ ਉਹਨਾਂ ਕੋਲ। ਤੁਹਾਨੂੰ ਕੀ ਲੱਗਦਾ ਲੜਾਈ ਦੇ ਮੈਟਰ ਜਾਂ ਖੋਹ ਕਰਨ ਦੀ ਨਹੀਂ, ਲੜਾਈ ਦੇ ਖਾਤਰ ਹੈ, ਲੜਾਈ ਹੈ, ਲੜਾਈ ਹੈ। ਕੀ ਹੋਇਆ ਜੀ, ਇਹ ਕਿਹੜੀ ਜਗ੍ਹਾ? ਇਹ ਗੁੰਬਰ ਟੀਵੀ ਸੈਂਟਰ ਦੇ ਨਾਲ ਦੀ ਗਲੀ 'ਚ ਕੋਈ ਲੜਕੇ ਲੜੇ ਨੇ। ਉਹ ਲੜਦੇ ਕਿਤੇ ਇਹਨਾਂ ਦੀ ਦੁਕਾਨ 'ਚ ਵੀ ਆ ਗਏ ਨੇ। ਲੜਾਈ ਝਗੜਾ ਹੋਇਆ, ਸੀਸੀਟੀਵੀ ਚੈੱਕ ਕਰ ਰਹੇ ਆ। ਚੈੱਕ ਕਰਕੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਲੁਧਿਆਣਾ ਪੁਲਿਸ ਨੇ ਨਸ਼ਾ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਾਰਵਾਈ ਕਰਦਿਆਂ ਹੋਇਆਂ ਕੁੰਮਕਲਾ ਦੇ ਨੇੜਿਓਂ 17 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ, ਜਦਕਿ ਦੁਗਰੀ ਸੀਆਈ ਸਟਾਫ ਦੇ ਵੱਲੋਂ ਵੀ 1 ਕਿਲੋ ਅਫੀਮ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਗਿਆ ਅਤੇ ਇਹ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਜਿਹੜਾ ਨਸ਼ਾ ਕਿੱਥੋਂ ਲੈ ਕੇ ਆਏ ਸਨ, ਕਿੱਥੇ ਸਪਲਾਈ ਹੋਣਾ ਸੀ ਅਤੇ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਤੇ ਉਧਰ ਲੁਧਿਆਣਾ ਦੇ ਚੰਡੀਗੜ੍ਹ ਰੋਡ ਰਹਾਇਸ਼ੀ ਇਲਾਕੇ ਦੇ ਵਿੱਚ ਗੁਆਂਢੀਆਂ ਦੇ ਵੱਲੋਂ ਹੀ ਇੱਕ ਘਰ ਦੇ ਉੱਪਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਨੇ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ 5 ਤੋਂ 6 ਘਰਾਂ ਦੀ ਦੂਰੀ ਤੇ ਰਹਿੰਦੇ ਇੱਕ ਗੁਆਂਢੀ ਦੇ ਵੱਲੋਂ ਆਪਣੇ ਪਾਲਤੂ ਕੁੱਤੇ ਨੂੰ ਗਲੀ ਵਿੱਚ ਘੁਮਾਇਆ ਜਾ ਰਿਹਾ ਸੀ, ਜਿਸ ਦਾ ਪਰਿਵਾਰ ਦੇ ਵੱਲੋਂ ਵਿਰੋਧ ਕੀਤਾ ਗਿਆ। ਇਸੇ ਰੰਜਿਸ਼ ਕਰਕੇ ਘਰ 'ਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਨੇ। ਇਸ ਦੌਰਾਨ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਉਧਰ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ ਅਤੇ ਇਲਾਕੇ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਹੈ। मेरा नाम रमन कपूर है जी। मेरा फार्मास्यूटिकल का काम है। रिहाइश मेरी हैगी है 1635 ਸੈਕਟਰ 32 है, यही चंडीगढ़ रोड ਤੇ। ਰਾਤ ਨੂੰ ਸਾਡੀ ਦੂਜੀ ਗਲੀ 'ਚ ਰਹਿੰਦੇ ਨੇ ਮਿਸਟਰ ਵਿਜੇ ਗੰਭੀਰ ਤੇ ਉਹਨਾਂ ਦੀ ਮਿਸਿਸ ਪ੍ਰਿਆ ਗੰਭੀਰ। ਉਹ ਆਪਣੇ ਡੌਗ ਨੂੰ ਲੈ ਕੇ ਸਾਡੇ ਘਰ ਦੇ ਬਾਹਰ ਆਏ ਸੀ ਤੇ ਮੇਰੇ ਫਾਦਰ ਵੀ ਸੈਰ ਕਰਨ ਨਿਕਲੇ ਸੀ ਰਾਤੀ, ਪੌਣੇ 10 ਵਜੇ ਦੀ ਗੱਲ ਹੋਣੀ। ਮੇਰੇ ਫਾਦਰ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਡੌਗ ਨੂੰ ਪੋਟੀ ਨਾ ਕਰਾਓ, ਤੁਸੀਂ ਥੋੜੀ ਜਿਹੀ ਅੱਗੇ ਪਿੱਛੇ ਖਾਲੀ ਜਗ੍ਹਾ ਉੱਥੇ ਕਰਾ ਲਓ। ਤੇ ਵਿਜੇ ਗੰਭੀਰ ਜੀ ਕਹਿੰਦੇ ਤੇਰੇ ਪਿਓ ਦੀ ਰਜਿਸਟਰੀ ਕਰਾਈ ਹੈ ਜਗ੍ਹਾ ਦੀ। ਮਤਲਬ ਥੋੜਾ ਜਿਹਾ ਆਰਗੂਮੈਂਟ ਹੋ ਗਿਆ ਇਹਨਾਂ ਦਾ। ਜਦੋਂ ਆਰਗੂਮੈਂਟ ਹੋਇਆ ਮੈਂ ਘਰ ਦੇ ਅੰਦਰ ਸੀ, ਮੈਂ ਬਾਹਰ ਗਿਆ, ਉਹਨਾਂ ਨੂੰ ਮੈਂ ਉਹਨਾਂ ਦੇ ਘਰ ਭੇਜਤਾ, ਫਾਦਰ ਨੂੰ ਆਪਣੇ ਅੰਦਰ ਲਾਇਆ। ਪਰ ਉਹ ਜਾਂਦੇ ਹੋਏ ਕਹਿ ਗਏ ਸੀਗੇ, ਕਹਿੰਦਾ ਮੇਰੇ ਮੁੰਡੇ ਨੂੰ ਅਗਰ ਪਤਾ ਲੱਗ ਗਿਆ ਤਾਂ ਤੁਹਾਨੂੰ ਜਾਣ ਤੋਂ ਮਾਰ ਦੇਣਗੇ। ਤੇ ਅਸੀਂ ਲਾਈਟਲੀ ਲਈ ਗੱਲ। ਰਾਤ ਨੂੰ ਵੀ ਸਾਡੇ ਘਰ ਇੱਟਾਂ ਮਾਰ ਗਏ, ਅਸੀਂ ਇਗਨੋਰ ਕਰਤਾ। ਮੈਂ ਕਿਹਾ ਚਲੋ ਗੁੱਸਾ ਆਉਣਾ ਸ਼ਾਂਤ ਹੋ ਗਿਆ ਗੁੱਸਾ। ਸਵੇਰੇ 8:30 ਵਜੇ ਮੈਂ ਵਾਸ਼ਰੂਮ ਸੀਗਾ ਤੇ ਸਾਡੀ ਡੋਰਬੈਲ ਹੋਈ ਹੈ, ਮੇਰੇ ਮਦਰ ਬਾਹਰ ਗਏ ਹੈ ਤੇ 4 ਮੁੰਡੇ ਆਏ। ਉਹ ਕਹਿੰਦੇ ਵੀ ਕੱਢੋ ਇਹਨਾਂ ਨੂੰ ਬਾਹਰ, ਰਾਤ ਦਾ ਤੁਹਾਨੂੰ ਮਜ਼ਾ ਚਖਾਈਏ। ਤੇ ਕਰੀਬ ਪੌਣੇ 9 ਵਜੇ ਦੇ ਕਰੀਬ ਸਾਡੇ ਸੈਕਟਰ 32 ਏ ਦੇ ਵਿੱਚ ਇੱਕ ਝਗੜੇ ਦੀ ਇਨਫੋਰਮੇਸ਼ਨ ਆਈ ਸੀ ਤੇ ਉੱਥੇ ਉਹਨਾਂ ਨੇ ਦੱਸਿਆ ਸੀਗਾ ਕਿ ਉੱਥੇ ਫਾਇਰ ਵੀ ਹੋਏ, 2 ਫਾਇਰ ਹੋਏ। ਸਾਡੇ ਐਸਐਚਓ ਸਾਹਿਬ ਜਗਿੰਦਰ ਸ਼ਰਮਾ ਜੀ ਮੌਕੇ ਤੇ ਗਏ। ਮੌਕੇ ਤੇ ਜਾ ਕੇ ਇਹਨਾਂ ਨੇ ਵੈਰੀਫਾਈ ਕੀਤਾ, ਆਲੇ ਦੁਆਲੇ ਤੋਂ ਸਟੇਟਮੈਂਟਸ ਵਗੈਰਾ ਲਿਖੀਆਂ, ਪਤਾ ਕਨਫਰਮ ਕੀਤਾ ਤੇ ਇਹ ਜਿਹੜਾ ਰਮਨ ਕਪੂਰ ਹੈਗੇ ਨੇ, ਇਹਨਾਂ ਦੇ ਘਰ ਦੇ ਬਾਹਰ ਝਗੜਾ ਹੋਇਆ। ਘਰ ਦੇ ਬਾਹਰ ਵਾਲੇ ਪਾਸੇ ਇਹਨਾਂ ਦੇ ਆ ਕੇ 2 ਮੁੰਡੇ ਹੈਗੇ ਨੇ।
ਤੇ ਉਧਰ ਪੁਲਿਸ ਸਖਤੀ ਦੇ ਬਾਵਜੂਦ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਜਗਰਾਓਂ ਦੇ ਵਿੱਚ ਤਾਜ਼ਾ ਵਾਰਦਾਤ ਹੋਈ ਹੈ। ਸਾਸ਼ਤੀ ਨਗਰ ਵਿੱਚ ਲੁਟੇਰੇ ਘਰ ਦੇ ਵਿੱਚ ਦਾਖਲ ਹੁੰਦੇ ਨੇ ਤੇ ਪਿਸਤੌਲ ਦੀ ਨੋਕ ਤੇ ਘਰ ਦੀਆਂ ਔਰਤਾਂ ਤੋਂ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ, ਜਿਸ ਦੇ ਆਧਾਰ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਹ ਐਕਟਿਵਾ ਨਹੀਂ ਦੇਖ ਸੀ ਉਹਦੀ, ਉਹ ਲੈ ਕੇ ਉਧਰ ਚਲਾ ਗਿਆ, ਪਤਾ ਨਹੀਂ ਕਿੱਧਰ ਗਿਆ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੈਂ ਪ੍ਰਸ਼ਾਸਨ ਤੋਂ ਕਰਦੇ ਸਾਡਾ ਨਿਆਂ ਕਰੋ। ਮੈਂ ਸਾਡਾ ਰਹਿਣਾ ਦੁੱਬਰ ਕੀਤਾ। ਪਹਿਲਾਂ ਵੀ ਆਪਣਾ ਕੋਈ ਵਾਰਦਾਤ ਹੋਈ ਹੈ ਜੀ? ਪਹਿਲਾਂ ਸਾਡੇ ਨਾਲ ਪਹਿਲਾਂ भी 2 हो चुकी है बात। नहीं कहना ये कोमल दीदी का नहीं बर्दाश्त है। हम सारे लेडीजों का बर्दाश्त है, सारे लोग लेडीजों का मांग है कि इस चोर को जल्द से जल्द फड़ा जाए। नहीं साਡਾ और हम लोग घर में रह के भी सेफ नहीं है। ਜਗਰਾਓਂ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ, ਇਹਦੇ ਵਾਸਤੇ ਅਸੀਂ ਬਹੁਤ ਸ਼ਰਮਨਾਕ ਹਾਂ, ਕਿਉਂਕਿ ਗਊਸ਼ਾਲਾ ਦਾ ਗੱਲਾ ਚੋਰੀ ਹੋਣਾ ਇੱਕ ਬਹੁਤ ਵੱਡੀ ਚੀਜ਼ ਹੈ। ਤੇ ਕਿੱਦਣ ਹੋਇਆ ਸੀ ਗੱਲਾ ਚੋਰੀ? ਪਰਸੋਂ ਕਿੰਨੇ ਪੈਸੇ ਸੀ? 25-30 ਹਜ਼ਾਰ ਰੁਪਏ ਦੇ ਵਿੱਚ। ਤੇ ਸਰ ਅੱਜ ਦੀ ਵਾਰਦਾਤ ਬਾਰੇ ਕੀ ਕਹੋਗੇ? ਅੱਜ ਜਿਹੜੀ ਵਾਰਦਾਤ ਦੇਖ ਕੇ ਅਸੀਂ ਜਿਹੜੀ ਲੇਡੀਜ਼ ਹੈ ਇੰਨੀ ਘਬਰਾਈਆਂ ਹੋਈਆਂ ਕਿ ਉਹਨਾਂ ਦਾ 20-25 ਲੇਡੀਜ਼ ਹੈ, ਕਿਉਂਕਿ ਇੱਥੇ ਪਰਸ਼ੁਰਾਮ ਮੰਦਿਰ ਹੈ ਤੇ ਬ੍ਰਹਮ ਕੁਮਾਰੀ ਮੰਦਿਰ ਹੈ, ਆਪਣਾ ਕੁਟੀਆ ਹੈ, ਮੇਨ ਸ਼ਾਸਤਰੀ ਨਗਰ ਦਾ ਮੇਨ ਮਹੱਲਾ ਹੈ। ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ? ਅਸੀਂ ਕਹਿੰਦੇ ਆ ਵੀ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਕੋਈ ਇਸ ਦੇ ਵਿੱਚ ਲੇਡੀਜ਼ ਦਾ ਔਰ ਇੱਥੋਂ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਉਹਨੂੰ ਨਖੇਲ ਪਾਉਣ। ਉਸ ਵੱਲੋਂ ਸਖਤੀ ਨਾਲ ਇਹ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਦੇ 'ਚ ਅਸੀਂ CCTV ਕੈਮਰੇ ਦੀ ਫੁਟੇਜ ਲਈ ਹੈ, ਕੁਝ ਕਲੂ ਮਿਲੇ ਨੇ ਜਿਨ੍ਹਾਂ ਨੂੰ ਅਸੀਂ ਜਲਦੀ ਡਿਵੈਲਪ ਕਰਕੇ ਦੋਸ਼ੀ ਨੂੰ ਖਿੱਚਣ ਫੜਾਂਗੇ। ਸਰ ਵਪਾਰੀ ਲੋਕ ਬਹੁਤ ਪਰੇਸ਼ਾਨ ਹੈ ਜੀ, ਕਾਫੀ ਪਹਿਲਾਂ ਹੀ 2 ਵਾਰੀ ਇਹਨਾਂ ਨਾਲ ਵਾਰਦਾਤਾਂ ਹੋ ਗਈਆਂ। ਜਿਹੜੀਆਂ ਪਹਿਲਾਂ ਦੀਆਂ ਵਾਰਦਾਤਾਂ ਤੁਸੀਂ ਕਹਿ ਰਹੇ ਹੋ ਅੱਜ ਤੋਂ 3 ਜਾਂ 4 ਸਾਲ ਪਹਿਲਾਂ ਦੀਆਂ, ਉਹਦੇ ਬਾਰੇ ਮੈਂ ਹੁਣ ਕੁਝ ਨਹੀਂ ਕਹਿ ਸਕਦਾ, ਪਰ ਮੈਂ ਹੁਣ ਵੀ ਯਕੀਨ ਨਹੀਂ ਦਿਵਾਉਣਾ ਵੀ ਇਹ ਵਾਰਦਾਤ ਅਸੀਂ ਜਲਦੀ ਟ੍ਰੇਸ ਕਰਾਂਗੇ। ਤੇ ਉਧਰ ਸ਼ਹਿਰ ਦੇ ਦੁਗਰੀ ਇਲਾਕੇ ਦੇ ਵਿੱਚ ਗੁਜ਼ਰਦੀ ਨਹਿਰ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਮੌਕੇ ਤੇ ਮੌਜੂਦ ਟ੍ਰੈਫਿਕ ਪੁਲਿਸ ਵਲੰਟੀਅਰ ਦੇ ਵੱਲੋਂ ਮਹਿਲਾ ਦੀ ਜਾਨ ਬਚਾਈ ਗਈ ਹੈ। ਦੱਸਿਆ ਜਾ ਰਿਹਾ ਕਿ ਮਹਿਲਾ ਘਰੇਲੂ ਝਗੜੇ ਦੇ ਚਲਦਿਆਂ ਕਾਫੀ ਪਰੇਸ਼ਾਨ ਸੀ, ਜਿਸ ਕਰਕੇ ਉਸਨੇ ਕਦਮ ਚੁੱਕਿਆ। ਉਧਰ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਜੀ ਸਾਨੂੰ ਨਾ ਅਚਾਨਕ ਆਪਾਂ ਉੱਥੇ ਡਿਊਟੀ ਕਰਦੇ ਪਏ ਸੀਗੇ ਤੇ ਔਨ ਡਿਊਟੀ ਉੱਥੇ ਲਾਈਟਾਂ ਚਲੀ ਗਈਆਂ ਸੀ ਤੇ ਫਿਰ ਅਸੀਂ ਦੇਖਿਆ ਇੱਕ ਆਟੋ ਵਾਲੇ ਨੇ ਸਾਨੂੰ ਕਿਹਾ, ਆਟੋ ਵਾਲੇ ਨੇ ਕਿਹਾ ਕਿ ਉੱਥੇ ਨਾ ਲੇਡੀਜ਼ ਕੋਈ ਸੁਸਾਈਡ ਕਰਦੀ ਪਈ ਹੈ। ਪਤਾ ਨਹੀਂ, ਅਸੀਂ ਪਹਿਲਾਂ ਗੌਰ ਨਹੀਂ ਕੀਤਾ। ਫਿਰ ਜਦੋਂ ਇੱਥੇ ਨੇੜੇ ਆਏ ਅਸੀਂ ਉਹ ਕੰਧਾ ਟੱਪ ਕੇ ਉੱਧਰ ਦੀ ਉੱਥੇ ਭੱਜਦੇ ਹੋਏ ਇੱਥੇ ਤੱਕ ਆਏ। ਇੱਥੋਂ ਜੀ ਭੱਜਦੇ ਦੇਖਿਆ ਜਦ ਤੱਕ ਅਸੀਂ ਮੌਕੇ 'ਤੇ ਪਹੁੰਚੇ ਉਦੋਂ ਮਤਲਬ ਉਹਨੇ ਛਾਲ ਮਾਰਤੀ ਸੀਗੀ, ਠੀਕ ਹੈ ਜੀ। ਅਤੇ ਨਾਲ ਹੀ ਮੇਰੇ ਦਿਮਾਗ 'ਚ ਕੁਛ ਆਇਆ ਨਹੀਂ, ਮੈਂ ਨਾਲ ਹੀ ਲਾ ਕੇ ਨਾ ਪੱਗ ਲਾ ਕੇ ਮੈਂ ਉੱਥੇ ਸੁੱਟਤੀ ਅੰਦਰ। ਅਤੇ ਉਹਦੇ ਬਾਅਦ ਕੀ ਹੋਇਆ, ਉਹਨਾਂ ਨੇ ਪੱਗ ਫੜ ਲਈ, ਠੀਕ ਆ। ਅਤੇ ਮੌਕੇ 'ਤੇ ਪਬਲਿਕ ਨੇ ਅਤੇ ਮੈਂ ਨਾਲੇ ASI ਬਲਵਿੰਦਰ ਸਿੰਘ ਸੈਣੀ ਜੀ ਅਤੇ ਉਹਨਾਂ ਨੇ ਸਾਡੇ ਮੌਕੇ 'ਤੇ ਉਹਨਾਂ ਨੂੰ ਕੱਢ ਲਿਆ ਜੀ ਉੱਥੇ ਬਾਜ਼ਾਰ। ਕਾਰਨ ਪਤਾ ਲੱਗਿਆ ਕਿਉਂ? ਕਾਰਨ ਇਹੀ ਹੈ ਕਿ ਥੋੜ੍ਹਾ ਜਿਹਾ ਮਤਲਬ ਕਿ ਘਰੇਲੂ ਮਾਮਲਾ ਸੀਗਾ, ਕੋਈ ਮਸਲਾ ਸੀਗਾ, ਉਹਨਾਂ ਕਰਕੇ ਹੀ ਹੋਇਆ। ਕਿੰਨੀ ਏਜ ਹੋਊਗੀ? ਏਜ ਉਹਨਾਂ ਦੀ 30 ਦੇ ਨੀਅਰ ਅਬਾਊਟ 30। ਕਿੰਨੇ ਵਜੇ ਦਾ ਮਾਮਲਾ? ਇਹ ਹੈਗਾ ਨੀਅਰ ਅਬਾਊਟ 11 ਵਜੇ ਤੋਂ ਪਹਿਲਾਂ ਅੱਜ ਦਾ ਹੀ। ਹਾਂਜੀ, ਗੱਲ ਕੁਛ ਨਹੀਂ ਜੀ, 11 ਤੇ 11:20 ਤੇ ਜੀ ਕੁੜੀ ਨੇ ਛਾਲ ਮਾਰੀ ਸੀਗੀ ਜੀ। ਮੈਂ ਜੀ ਪਰਲੇ ਪਾਸੇ ਬੈਠਾ ਸੀਗਾ, ਮੇਰਾ ਧਿਆਨ ਨਹੀਂ ਪਿਆ। ਆਈ ਟ੍ਰੈਫਿਕ ਵਾਲਾ ਮੁਲਾਜ਼ਮ ਜੀ ਆਏ ਸਾਡੇ, ਇਹਨਾਂ ਨੇ ਆ ਕੇ ਜੀ ਉੱਧਰੋਂ ਡਾਈ ਮਾਰੇ ਕੱਢਿਆ ਭਾਜੀ ਨੇ। ਮਤਲਬ ਕਿੱਦਾਂ ਜੀ? ਮਤਲਬ ਇਹ ਥੋੜ੍ਹਾ ਜਿਹਾ ਨਾ ਭੱਜੇ ਸੀ, ਉੱਧਰੋਂ ਆਏ ਪਰਲੇ ਪਾਸੋਂ ਭੱਜ ਗਏ ਜੀ, ਇੱਧਰੋਂ ਡਾਈ ਮਾਰੇ ਸਰਦਾਰ ਜੀ ਨੇ ਆ ਕੇ। ਅਤੇ ਸਰਦਾਰ ਜੀ ਨੇ ਫਿਰ ਆਪਣੀ ਪੱਗ ਲਾ ਕੇ ਅਤੇ ਜੀ ਪੱਗ ਲਾ ਕੇ ਫਿਰ ਡਾਈ ਮਾਰੀ ਜੀ ਸਾਡੇ ਟ੍ਰੈਫਿਕ ਵਾਲੇ ਭਾਜੀ ਨੇ। ਫਿਰ ਉੱਧਰੋਂ ਮੈਂ 4-5 ਮੁੰਡੇ ਇਕੱਠੇ ਕੀਤੇ, ਭਾਜੀ ਦੇ ਹੱਥ ਫੜਾ ਜੀ ਬਾਹਰ ਕੱਢਿਆ ਇਹਨੂੰ। ਲੇਡੀ ਨੂੰ ਸੁਰੱਖਿਅਤ ਬਚਾ ਲਿਆ? ਹਾਂਜੀ, ਲੇਡੀ ਨੂੰ ਬਚਾ ਲਿਆ ਜੀ। ਭਾਜੀ ਸਹੀ ਟਾਈਮ 'ਤੇ ਡਾਈ ਮਾਰੇ ਸੀ, ਪਰਲੇ ਪਾਸੇ ਸਾਡਾ ਧਿਆਨ ਨਹੀਂ ਪਿਆ ਜੀ, ਤਾਂ ਕਰਕੇ। ਤੇ ਉਧਰ ਸ਼ਹਿਰ ਦੇ ਸਭ ਤੋਂ ਭੀੜ-ਭਾੜ ਵਾਲੇ ਚੋੜਾ ਬਾਜ਼ਾਰ ਦੇ ਵਿੱਚ ਦੁਕਾਨਦਾਰ ਅਤੇ ਰੇਹੜੀ ਫੜੀ ਵਾਲਿਆਂ ਦੇ ਵਿਚਕਾਰ ਤਿੱਖੀ ਬਹਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸੀਏ ਕਿ ਦੁਕਾਨਦਾਰਾਂ ਦੇ ਵੱਲੋਂ ਪਾਰਕਿੰਗ ਦੀ ਜਗ੍ਹਾ ਤੋਂ ਰੇਹੜੀਆਂ ਹਟਾ ਕੇ ਕਿਸੇ ਹੋਰ ਥਾਂ ਤੇ ਲਗਾਉਣ ਦੀ ਮੰਗ ਕੀਤੀ ਗਈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੇਹੜੀ ਫੜੀਆਂ ਲੱਗਣ ਕਰਕੇ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ ਤੇ ਨਾਲ ਹੀ ਉਹਨਾਂ ਦੇ ਕਾਰੋਬਾਰ ਤੇ ਵੀ ਇਸ ਦਾ ਕਾਫੀ ਅਸਰ ਪੈਂਦਾ ਹੈ। ਇਹ ਮਾਰਕੀਟ ਬਹੁਤ ਹੀ ਖੂਬਸੂਰਤ ਹੈ, ਬਹੁਤ ਹੀ ਵਧੀਆ ਮਾਰਕੀਟ ਹੈ ਜੀ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਇੱਥੇ ਹਰ ਤਰ੍ਹਾਂ ਦਾ ਕਸਟਮਰ ਆਉਂਦਾ, ਹਰ ਤਰ੍ਹਾਂ ਦੀ ਚੀਜ਼, ਹਰ ਤਰ੍ਹਾਂ ਦਾ ਕਸਟਮਰ, ਹਰ ਤਰ੍ਹਾਂ ਦਾ ਸਾਡੇ ਕੋਲ ਸਮਾਨ ਵੀ ਹੈਗਾ। ਇੱਥੇ ਸਾਡੀ ਮਾਵਾਂ ਵੀ ਬਹਿੰਦੀਆਂ, ਸਾਡੀਆਂ ਭੈਣਾਂ ਵੀ ਬਹਿੰਦੀਆਂ। ਕੁਛ ਸਾਲਾਂ 'ਚ ਇੱਥੇ ਦਾ ਮਾਹੌਲ ਐਸਾ ਵਿਗੜ ਚੁੱਕਾ ਹੈ ਕਿ ਪਹਿਲੇ ਤਾਂ ਜਦੋਂ ਸਾਡੇ ਵੁਡਨ ਕੈਬਨ ਹੁੰਦੇ ਸੀ ਉਦੋਂ 5 ਤੋਂ 6 ਰੇਹੜੀਆਂ ਅਗਲੀਆਂ ਬਾਹਰ ਸਿਰਫ ਵੋਕ ਕਰਦੀਆਂ ਹੁੰਦੀਆਂ ਸੀਗੀਆਂ। ਜਦੋਂ ਸਾਡੀਆਂ ਵੁਡਨ ਕੈਬਨ ਢਾਹ ਕੇ ਅੰਦਰ ਭੇਜਤੇ ਅਤੇ ਉਹ ਰੇਹੜੀਆਂ ਫੜੀਆਂ 3-4-5 ਦੀ ਬਜਾਏ 300-400 'ਚ ਬਦਲ ਗਈਆਂ। ਤੁਸੀਂ ਸੀ ਹੁੰਦਾ ਕੈਮਰਾ ਬਾਹਰ ਕੈਮਰਾ ਮਾਰ ਕੇ ਦੇਖ ਲਿਓ, 300-400 'ਚ ਬਦਲ ਗਈਆਂ। ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇਹਨਾਂ ਦਾ ਬੁਰਾ ਨਹੀਂ ਕਹਿਣਾ ਚਾਹੁੰਦੇ, ਅਸੀਂ ਇਹ ਨਹੀਂ ਇਹਨਾਂ ਨੂੰ ਚੁਕਾਓ, ਇਹਨਾਂ ਨੂੰ ਕੋਈ ਜਗ੍ਹਾ ਦੇ ਦਿਓ ਜਿਹਦੀ ਇਹਨਾਂ ਨੂੰ ਅਲਾਟਮੈਂਟ ਹੋਈ ਪਈ ਹੈ, ਇਹਨਾਂ ਨੂੰ ਕਿਤੇ ਜਗ੍ਹਾ ਅਲਾਟਮੈਂਟ ਹੋਈ ਪਈ ਹੈ, ਇਹਨਾਂ ਨੂੰ ਉੱਥੇ ਭੇਜੋ। ਇਹ ਵੀ ਖੁਸ਼ ਰਹਿਣ ਤੇ ਅਸੀਂ ਵੀ ਖੁਸ਼ ਰਹੀਏ। ਅਸੀਂ ਇਹ ਨਹੀਂ ਚਾਹੁੰਦੇ ਕਿ ਇਹਨਾਂ ਦੀ ਰੋਜੀ ਦਾ ਹੱਥ ਵੱਜੇ। ਇਹਨਾਂ ਨੂੰ ਇੱਥੋਂ ਦੀ ਜਿਹੜੀ ਜਗ੍ਹਾ ਇਹਨਾਂ ਨੂੰ ਮਿਲੀ ਹੈ ਇਹਨਾਂ ਨੂੰ ਉੱਥੇ ਭੇਜੋ।
ਇੱਥੇ ਕੋਈ ਸਾਰਾ ਚੌੜਾ ਬਾਜ਼ਾਰ ਖਰਾਬ ਹੋ ਰਿਹਾ। ਇਹਨਾਂ ਨੇ ਹੌਕਰ ਜ਼ੋਨ ਬਣਾਏ ਸੀਗੇ ਨਾ, ਹੌਕਰ ਜ਼ੋਨ ਬਣਾਏ ਸੀ, ਇਹਨਾਂ ਨੂੰ ਉੱਥੇ ਭੇਜੋ। ਚੌੜਾ ਬਾਜ਼ਾਰ ਸਮਾਰਟ ਸਿਟੀ ਭਾਜੀ ਇੱਕ ਲੁਧਿਆਣੇ ਦਾ ਦਿਲ ਹੈ। ਬੰਦਾ 에ਅਰਪੋਰਟ ਤੋਂ ਅੱਜ ਵੀ ਉਤਰਦਾ ਨਾ, ਕੋਈ ਵੀ ਬਾਹਰੋਂ ਫੋਰਨ ਤੋਂ ਆਉਂਦਾ, ਉਹ ਇੱਕ ਵਾਰ ਜ਼ਰੂਰ ਕਹਿੰਦਾ ਮੈਂ ਚੌੜੇ ਬਾਜ਼ਾਰ ਜ਼ਰੂਰ ਜਾਣਾ ਵਾ, ਚੌੜੇ ਬਾਜ਼ਾਰ ਦੇਖਣਾ। ਉਹ ਚੌੜੇ ਬਾਜ਼ਾਰ ਨੂੰ ਤੁਸੀਂ ਇਹਨਾਂ ਨੇ ਜ਼ੀਰੋ ਕਰਕੇ ਰੱਖਤਾ ਹੈ। ਸਰ ਅਸੀਂ ਅੱਜ ਤੋਂ 8 ਸਾਲ ਪਹਿਲਾਂ ਗਲਾਡਾ ਨੇ ਸਾਡੇ ਨਾਲ ਸੰਧੀ ਕੀਤੀ ਸੀਗੀ ਸਰ। ਸੰਧੀ ਦੇ ਦੌਰਾਨ ਉਹਨਾਂ ਨੇ ਇੱਕ ਰੈਜ਼ੋਲੂਸ਼ਨ ਜਿਹੜਾ ਪਾਸ ਹੋਇਆ ਸੀ, ਉਹਨਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਨੂੰ ਸਮਾਰਟ ਸਿਟੀ ਦੇ ਤਹਿਤ ਅਸੀਂ ਚੌੜਾ ਬਾਜ਼ਾਰ ਨੂੰ ਸਮਾਰਟ ਸਿਟੀ ਬਣਾਉਣਾ ਚਾਹੁੰਦੇ ਹਾਂ। ਚੌੜਾ ਬਾਜ਼ਾਰ ਅਸੀਂ ਤੁਹਾਨੂੰ ਅੰਦਰ ਮਾਰਕੀਟ ਬਣਾ ਕੇ ਦੇਵਾਂਗੇ ਤੇ ਤੁਸੀਂ ਬਾਹਰ ਆਪਣੀਆਂ ਖੋਖੇ ਖਾਲੀ ਕਰ ਦਿਓ। ਅਸੀਂ ਵੁਡਨ ਕੈਬਨ ਸੀ ਸਾਡੇ, ਉਹ ਤੁਸੀਂ ਖਾਲੀ ਕਰ ਲਓ। ਅਸੀਂ ਉਸ ਚੀਜ਼ ਲਈ ਐਗਰੀ ਹੋਏ ਸੀ, ਲੇਕਿਨ ਇੱਕ ਕੰਡੀਸ਼ਨ ਦੇ ਨਾਲ ਕਿ ਬਾਹਰ ਕੋਈ ਫੜੀ ਨਹੀਂ ਲੱਗੇਗੀ ਸਰ। ਲੇਕਿਨ ਬਾਹਰ ਉਹਨਾਂ ਨੇ ਇੱਕ ਮਾਰਕੀਟ ਬਣਨ ਤੋਂ 1 ਮਹੀਨੇ ਬਾਅਦ ਹੀ ਸਰ ਬਾਹਰ ਰੇਹੜੀ ਫੜੀਆਂ ਲੱਗਣੀਆਂ ਸ਼ੁਰੂ ਹੋਈਆਂ। ਅੱਜ 8 ਸਾਲ ਤੋਂ ਉੱਪਰ ਹੋ ਗਿਆ ਹੈ ਸਰ, ਰੇਹੜੀ ਫੜੀ ਲੱਗ ਰਹੀ ਹੈ ਸਰ। ਉਹਦੇ ਨਾਲ ਇਹ ਹੋ ਰਿਹਾ ਹੈ ਕਿ ਜਿਹੜੇ ਅੰਦਰ 45 ਦੁਕਾਨਦਾਰ ਹੈ ਸਰ, ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਰਿਹਾ, ਕਿਉਂਕਿ ਗ੍ਰਾਹਕ ਦੀ ਅੰਦਰ ਐਂਟਰੀ ਨਹੀਂ ਹੋ ਰਹੀ, ਕਿਉਂਕਿ ਗ੍ਰਾਹਕ ਅੰਦਰ ਆ ਹੀ ਨਹੀਂ ਪਾ ਰਿਹਾ, ਕਿਉਂਕਿ ਬਾਹਰ ਹੀ ਅੰਦਰ ਬਹੁਤ ਜ਼ਿਆਦਾ ਰਸ਼ ਹੋ ਜਾਂਦਾ। ਤੇ ਉਧਰ ਤਰਨਾ ਦਲ ਦੇ ਮੁਖੀ ਜਥੇਦਾਰ ਕੁਲਵਿੰਦਰ ਸਿੰਘ ਦੇ ਵੱਲੋਂ ਪ੍ਰੈਸ ਵਾਰਤਾ ਨੂੰ ਸੰਬੋਧਨ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਧਰਮ ਪਰਿਵਰਤਨ ਕਰ ਰਹੇ ਲੋਕਾਂ ਤੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਹਨਾਂ ਕਿਹਾ ਹੈ ਕਿ ਜਿਨ੍ਹਾਂ ਨੇ ਧਰਮ ਪਰਿਵਰਤਨ ਕਰਨਾ ਹੈ ਉਹ ਆਪਣੇ ਸਿਰ ਤੇ ਦਸਤਾਰ ਨਾ ਸਜਾਵੇ ਅਤੇ ਉਸ ਧਰਮ ਦੇ ਵਿੱਚ ਜਾ ਕੇ ਉਸ ਧਰਮ ਦੀ ਪਾਲਣਾ ਕਰੇ ਤੇ ਨਾਲ ਹੀ ਉਹਨਾਂ ਚਰਚ ਵਿੱਚ ਵਾਪਰੀ ਬੇਅਦਬੀ ਦੀ ਘਟਨਾ ਦੀ ਵੀ ਸਖਤ ਨਿੰਦਾ ਕੀਤੀ। ਸਾਰੀ ਸੰਗਤ ਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ, ਭਾਈ ਜੇਤਾ ਜੀ, ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ, ਜਨਮ ਦਿਹਾੜਾ ਬੜੀ ਸ਼ਰਧਾ ਤੇ ਬੜੀ ਭਾਵਨਾ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਮਨਾਇਆ ਜਾ ਰਿਹਾ ਹੈ। ਦੁਨੀਆ ਤੇ ਪਹਿਲੀ ਵਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਬਾਬਾ ਜੀਵਨ ਸਿੰਘ ਵਰਗੇ ਜਰਨੈਲ ਦਾ 5 ਸਿੰਘ ਸਾਹਿਬਾਨਾਂ ਦੀ ਅਗਵਾਈ ਹੇਠ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਮੁੱਚੀ ਕੌਮ, ਸਮੁੱਚੀ ਸਾਧ ਸੰਗਤ, ਦੇਖੋ ਬਾਬਾ ਜੀਵਨ ਸਿੰਘ ਵਰਗੇ ਜਰਨੈਲ ਦੀ ਕੁਰਬਾਨੀ, ਜਿਨ੍ਹਾਂ ਨੇ ਧੰਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਦਿੱਲੀ ਚਾਂਦਨੀ ਚੌਂਕ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਸੀ। ਸਾਨੂੰ ਉਹ ਇਤਿਹਾਸ ਯਾਦ ਕਰਨਾ ਚਾਹੀਦਾ ਵੀ ਕਿਹੜੇ ਪਲ ਸੀ ਉਸ ਟਾਈਮ ਜਿਹੜੋ ਬਾਬਾ ਜੀਵਨ ਸਿੰਘ ਵਰਗਾ ਜਰਨੈਲ, ਭਾਈ ਜੇਤਾ ਜੀ ਵਰਗੇ ਨੇ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਦਿੱਲੀ ਤੋਂ ਚਾਂਦਨੀ ਚੌਂਕ ਪਹੁੰਚਾਇਆ ਸੀ। ਉਹ ਕਿਹੜਾ ਸਮਾਂ ਸੀ, ਕਿਹੜਾ ਪਲ ਸੀ। ਚੱਪੇ ਚੱਪੇ ਤੇ ਮੁਗਲ ਸਰਕਾਰਾਂ ਦਾ ਪਹਿਰਾ ਸੀ। ਤੇ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਖੇਡ ਮੰਤਰੀ ਗੁਰਮੀਤ ਸਿੰਘ ਮੀਤਹੇੜ ਦੀ ਅਗਵਾਈ ਦੇ ਵਿੱਚ ਬਲਾਕ ਪੱਧਰੀ ਖੇਡ ਮੇਲੇ ਦਾ ਆਗਾਜ਼ ਪੂਰੇ ਪੰਜਾਬ ਦੇ ਵਿੱਚ ਕੀਤਾ ਗਿਆ। ਇਸੇ ਤਹਿਤ ਸਮਰਾਲਾ ਤੇ ਸ਼ਾਹੀ ਸਪੋਰਟਸ ਕਾਲਜ ਦੇ ਵਿੱਚ ਵੀ ਖੇਡਾਂ ਵਤਨ ਪੰਜਾਬ ਦੇ 2022 ਦਾ ਆਗਾਜ਼ ਹੋ ਗਿਆ, ਜਿਸ ਦੇ ਵਿੱਚ ਬਲਾਕ ਸਮਰਾਲਾ ਦੇ ਅਲੱਗ-ਅਲੱਗ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਖੇਡਾਂ ਦੇ ਵਿੱਚ ਆਪਣੇ ਖੇਡ ਹੁਨਰ ਨੂੰ ਜਗਜ਼ਾਹਰ ਕੀਤਾ। ਖੇਡਾਂ ਵਤਨ ਪੰਜਾਬ ਦੀਆਂ ਜੋ ਭਗਵੰਤ ਮਾਨ ਸਰਕਾਰ ਵੱਲੋਂ ਬਹੁਤ ਧੂਮ ਧੜਕੇ ਨਾਲ ਸ਼ੁਰੂ ਕਰਵਾਈਆਂ ਗਈਆਂ ਤੇ ਕਾਫੀ ਵਾਸਟ ਇਹਨਾਂ ਲਈ ਰੱਖਿਆ ਗਿਆ ਤੇ ਅੱਜ ਸਮਰਾਲਾ ਬਲਾਕ ਦੀਆਂ ਖੇਡਾਂ ਸਾਡੇ ਐਸਡੀਐਮ ਸਾਹਿਬ, ਤਹਿਸੀਲਦਾਰ ਸਾਹਿਬ ਹੋਣਾ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਈਆਂ। ਸ਼ਾਹੀ ਸਪੋਰਟਸ ਕਾਲਜ ਦੀਆਂ ਗਰਾਊਂਡਾਂ ਦੇ ਵਿੱਚ ਇਹ ਕਰੀਬ 7 ਦਿਨ ਚੱਲਣਗੀਆਂ, ਜਿਨ੍ਹਾਂ 'ਚੋਂ ਅੱਜ 14 ਸਾਲ ਦੇ ਬੱਚਿਆਂ ਦੇ ਕਬੱਡੀ ਦੇ, ਐਥਲੈਟਿਕ ਦੇ, ਫੁੱਟਬਾਲ ਦੇ, ਖੋ-ਖੋ, ਵਾਲੀਬਾਲ ਦੇ ਮੁਕਾਬਲੇ ਚੱਲ ਰਹੇ ਹੈ ਤੇ ਬੜਾ ਵਧੀਆ ਉਪਰਾਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਕਿ ਬੱਚਿਆਂ ਨੂੰ, ਖਾਸ ਕਰਕੇ ਉਹਨਾਂ ਖਿਡਾਰੀਆਂ ਨੂੰ ਜਿਹੜੇ ਪਹਿਲਾਂ ਜ਼ੋਨਲ ਸਕੂਲ ਖੇਡ ਕੇ ਆਏ ਹੈ ਤੇ ਉਹਨਾਂ ਨੂੰ ਵਧੀਆ ਮੌਕਾ ਹੈ ਕਿ ਉਹ ਆਪਣੀ ਖੇਡ ਨੂੰ ਹੋਰ ਪ੍ਰਫੁੱਲਤ ਕਰਨਗੇ ਤੇ ਸਮਰਾਲੇ ਏਰੀਏ ਦੇ ਖਿਡਾਰੀ ਜ਼ਿਲ੍ਹਾ ਤੇ ਸਟੇਟ ਲੈਵਲ ਤੇ ਆਪਣਾ ਨਾਮ ਚਮਕਾਉਣਗੇ। ਖੇਡਾਂ ਵਤਨ ਪੰਜਾਬ ਦੀਆਂ 2022 ਕਰਵਾਈਆਂ ਜਾ ਰਹੀਆਂ, ਜਿਸ 'ਚ ਅਲੱਗ-ਅਲੱਗ ਕੈਟਾਗਰੀ ਦੇ ਬੱਚੇ ਆ ਰਹੇ ਨੇ। ਕਿਹੜੇ ਬੱਚੇ ਸਕੂਲਾਂ ਤੋਂ ਆਏ ਨੇ, ਕਿਹੜੀਆਂ ਗੇਮਾਂ ਨੇ? ਹਾਂਜੀ, ਆਪਣੇ ਬਲਾਕ ਦੇ ਵਿੱਚੋਂ ਪਾਰਟਿਸਿਪੇਸ਼ਨ ਹੈਗੀ ਹੈ ਜੀ। ਵੱਖ-ਵੱਖ ਸਕੂਲ ਨੇ, ਜਿਵੇਂ ਪਟਾਲਾ ਹੋ ਗਿਆ, ਮਾਨਕੀ ਸਕੂਲ ਹੋ ਗਿਆ, ਬਗਲੀ ਹੋ ਗਿਆ ਤੇ ਇੱਧਰ ਕੁਛ ਕਿੱਧਰ ਨੀਲੋਂ ਸਾਈਡ ਦੇ ਸਕੂਲ ਨੇ। ਬੱਚਿਆਂ ਦੀ ਹੈਗੀ ਹੈ ਪਾਰਟਿਸਿਪੇਸ਼ਨ, ਚੰਗੀ ਹੈ ਜੀ। ਇਹ ਪਹਿਲਾ ਉਪਰਾਲਾ ਹੈ। ਅਸੀਂ ਚਲੋ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹਾਂ ਕਿ ਬੱਚਿਆਂ ਦੇ ਵਿੱਚ ਜਿਹੜਾ ਸਪੋਰਟਸ ਕਲਚਰ ਆ ਉਹ ਬਿਲਡ ਹੋਣਾ ਚਾਹੀਦਾ। ਜੰਤ ਪਲੇਕ ਨਜ਼ਰ ਸੁਰਖੀਆਂ ਤੇ ਇੱਕ ਵਾਰ ਫਿਰ ਤੋਂ। ਲੁਧਿਆਣਾ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ। 1,45,000 ਲੀਟਰ ਲਾਹਨ ਹੋਈ ਬਰਾਮਦ। ਸਤਲੁਜ ਦਰਿਆ ਦੇ ਕੰਢੇ ਤੋਂ ਬਰਾਮਦ ਹੋਈ ਲਾਹਨ ਨੂੰ ਕੀਤਾ ਗਿਆ ਨਸ਼ਟ। 18 ਤੋਂ ਵੱਧ ਦੇ ਚੁੱਲ੍ਹੇ, ਭੱਠੀਆਂ ਅਤੇ 8 ਕੁਇੰਟਲ ਲੱਕੜ ਵੀ ਜ਼ਬਤ। ਤਰਨਤਾਰਨ ਵਿਖੇ ਚਰਚ 'ਚ ਵਾਪਰੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਵਿੱਚ ਸਖਤ ਰੋਸ। ਭਲਕੇ ਸ਼ਹਿਰ ਦੇ ਵਿੱਚ ਕੱਢਿਆ ਜਾਵੇਗਾ ਕੈਂਡਲ ਮਾਰਚ। ਪੁਲਿਸ ਦੇ ਵੱਲੋਂ ਵੀ ਸੁਰੱਖਿਆ ਦੇ ਮੱਦੇਨਜ਼ਰ ਕੀਤੇ ਗਏ ਨੇ ਪੁਖਤਾ ਇੰਤਜ਼ਾਮ। ਧਾਰਮਿਕ ਸਥਾਨਾਂ ਦੀ ਵਧਾਈ ਗਈ ਸੁਰੱਖਿਆ।
ਜਗਰਾਉਂ ਵਿੱਚ ਵਾਪਰੀ ਲੁੱਟ ਦੀ ਵਾਰਦਾਤ, ਘਰ 'ਚ ਦਾਖਲ ਹੋਏ ਲੁਟੇਰੇ ਪਿਸਤੌਲ ਦੀ ਨੋਕ ਤੇ ਗਹਿਣੇ ਲੈ ਕੇ ਹੋਏ ਫਰਾਰ। ਵਾਰਦਾਤ ਸੀਸੀਟੀਵੀ ਦੇ ਵਿੱਚ ਕੈਦ, ਲੁਟੇਰਿਆਂ ਦੀ ਭਾਲ ਜਾਰੀ। ਸ਼ਹਿਰ ਦੇ ਚੋੜਾ ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ 'ਚ ਹੋਇਆ ਹੰਗਾਮਾ। ਪਾਰਕਿੰਗ ਵਾਲੀ ਥਾਂ ਤੇ ਰੇਹੜੀ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ। ਦੁਕਾਨਦਾਰਾਂ ਨੇ ਕੀਤੀ ਪ੍ਰੈਸ ਕਾਨਫਰੰਸ, ਕਿਹਾ ਰੇਹੜੀ ਫੜੀ ਵਾਲਿਆਂ ਕਰਕੇ ਕਾਰੋਬਾਰ ਠੱਪ ਹੋਣ ਦੀ ਕਗਾਰ ਤੇ। ਤੇ ਉਧਰ ਤਰਨਾ ਦਲ ਦੇ ਮੁਖੀ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਸਮਾਗਮਾਂ ਸੰਬੰਧੀ ਦਿੱਤੀ ਗਈ ਜਾਣਕਾਰੀ, ਧਰਮ ਪਰਿਵਰਤਨ ਦੇ ਮਸਲੇ ਤੇ ਵੀ ਦਿੱਤੀ ਪ੍ਰਤੀਕਿਰਿਆ। ਸਮਰਾਲਾ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦਾ ਹੋਇਆ ਆਗਾਜ਼। ਸ਼ਾਹੀ ਸਪੋਰਟਸ ਕਾਲਜ ਦੇ ਵਿੱਚ ਖੇਡ ਪ੍ਰੋਗਰਾਮ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਲਿਆ ਹਿੱਸਾ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastbulletin ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastbulletin ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਤੋਂ ਇਜਾਜ਼ਤ, ਧੰਨਵਾਦ।